साकी का हिंदी वर्जन देखने के लिए डिस्क्रिप्शन देखें। ਇੱਕ ਸਮੇਂ ਦੀ ਗੱਲ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਰਾਮੇਸ਼ਵਰ ਦੀ ਪਵਿੱਤਰ ਭੂਮੀ ਤੇ ਜਾ ਪਹੁੰਚੇ। ਉਸ ਵਕਤ ਭਿਅੰਕਰ ਤੂਫਾਨ ਆਇਆ। ਤੂਫਾਨ ਇੰਨਾ ਭਿਅੰਕਰ ਸੀ ਕਿ ਦਰਖਤ ਵੀ ਉਸ ਦੀ ਚਪੇਟ ਤੋਂ ਨਾ ਬਚ ਸਕੇ। ਚਾਰੇ ਪਾਸੇ ਮਿੱਟੀ ਉੱਡ ਰਹੀ ਸੀ। ਪਸ਼ੂ ਪੰਛੀ ਸਭ ਡਰੇ ਹੋਏ ਸਨ। ਕਿਸੇ ਵੀ ਪ੍ਰਾਣੀ ਦਾ ਚੱਲਣਾ ਅਸੰਭਵ ਹੋ ਰਿਹਾ ਸੀ। ਭਾਈ ਮਰਦਾਨਾ ਜੀ ਡਰ ਕੇ ਥੱਲੇ ਬੈਠ ਗਏ। ਫਿਰ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਡਰਨ ਨਾਲ ਕੋਈ ਵੀ ਡਰ ਦੂਰ ਨਹੀਂ ਹੁੰਦਾ। ਉਸ ਵਾਹਿਗੁਰੂ ਦਾ ਸਿਮਰਨ ਕਰੋ। ਕੁਝ ਸਮੇਂ ਬਾਅਦ ਤੂਫਾਨ ਤਾਂ ਹਟ ਗਿਆ, ਪਰ ਦੱਖਣ ਦਿਸ਼ਾ ਵੱਲੋਂ ਪਹਾੜ ਦੇ ਆਕਾਰ ਦਾ ਭਿਆਨਕ ਦੈਂਤ ਆਉਂਦਾ ਹੋਇਆ ਦਿਖਾਈ ਦਿੱਤਾ। ਉਸ ਦਾ ਆਕਾਰ ਇੰਨਾ ਵੱਡਾ ਸੀ ਕਿ ਨਜ਼ਰਾਂ ਵਿੱਚ ਨਹੀਂ ਸਮਾ ਸਕਦਾ ਸੀ। ਉਹ ਦੈਂਤ ਰੂਪੀ ਆਕਾਰ ਉਹਨਾਂ ਵੱਲ ਆਉਣ ਲੱਗਾ। ਭੈਭੀਤ ਹੋ ਕੇ ਭਾਈ ਮਰਦਾਨਾ ਜੀ ਨੇ ਕਿਹਾ, ਗੁਰੂ ਜੀ, ਉਸ ਤੂਫਾਨ ਤੋਂ ਤਾਂ ਜਾਨ ਬਚ ਗਈ, ਪਰ ਇਸ ਦੈਂਤ ਤੋਂ ਕਿਵੇਂ ਬਚਾਂਗੇ? ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਹੇ ਮਰਦਾਨਾ, ਇਹ ਕਲਯੁਗ ਹੈ। ਪਹਿਲਾਂ ਹਨੇਰੀ ਅਤੇ ਹੁਣ ਦੈਂਤ ਬਣ ਕੇ ਆਇਆ ਹੈ। ਮਰਦਾਨਾ, ਤੁਸੀਂ ਆਪਣੇ ਮਨ ਨੂੰ ਪ੍ਰਭੂ ਵਿੱਚ ਲਗਾ ਕੇ ਈਸ਼ਵਰ ਦਾ ਸਿਮਰਨ ਕਰਦੇ ਰਹੋ। ਇਹ ਤੁਹਾਡਾ ਕੁਝ ਨਹੀਂ ਵਿਗਾੜ ਸਕੇਗਾ। ਇਸ ਪਿੱਛੋਂ ਕਲਯੁਗ ਨੇ ਭਿਅੰਕਰ ਮੀਂਹ ਦਾ ਰੂਪ ਧਾਰਨ ਕਰ ਲਿਆ। ਕਾਲੀਆਂ ਘਟਾਵਾਂ ਨੇ ਆਕਾਸ਼ ਦਾ ਕੋਨਾ-ਕੋਨਾ ਘੇਰ ਲਿਆ ਅਤੇ ਬਹੁਤ ਹੀ ਤੇਜ਼ ਮੀਂਹ ਪੈਣ ਲੱਗਾ। ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਪੁੱਛਿਆ, ਗੁਰੂ ਜੀ, ਇਹ ਕੀ ਹੋ ਰਿਹਾ ਹੈ? ਕਦੀ ਤੂਫਾਨ, ਕਦੀ ਦੈਂਤ ਤੇ ਕਦੀ ਬਾਰਿਸ਼, ਤੇ ਇਹ ਸਭ ਕਦੋਂ ਰੁਕੇਗਾ? ਇਸ ਪਿੱਛੋਂ ਗੁਰੂ ਜੀ ਨੇ ਕਿਹਾ, ਜੋ ਈਸ਼ਵਰ ਤੋਂ ਪਰੇ ਹੈ ਅਤੇ ਪ੍ਰਾਣੀਆਂ ਨੂੰ ਜੋ ਦੁੱਖ ਦਿੰਦਾ ਹੈ, ਉਹਨਾਂ ਨੂੰ ਹੀ ਯਮ ਦੁਆਰ ਦਾ ਡਰ ਹੁੰਦਾ ਹੈ। ਹਰ ਕਿਸੇ ਨੂੰ ਕਿਸੇ ਨਾ ਕਿਸੇ ਦਾ ਸਹਾਰਾ ਹੁੰਦਾ ਹੈ, ਪਰ ਸੰਤਾਂ ਮਹਾਤਮਾਵਾਂ ਨੂੰ ਇੱਕ ਪਰਮੇਸ਼ਵਰ ਦਾ ਹੀ ਸਹਾਰਾ ਹੈ, ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਹੈ। ਉਸ ਈਸ਼ਵਰ ਦਾ ਸਹਾਰਾ ਹੈ, ਉਹੀ ਆਪਣੇ ਭਗਤਾਂ ਦਾ ਰਾਖਾ ਹੈ। ਹੇ ਮਰਦਾਨਾ, ਤੁਸੀਂ ਵਾਹਿਗੁਰੂ ਦਾ ਨਾਮ ਜਪੋ, ਉਹੀ ਸਭ ਦੁੱਖਾਂ ਤੋਂ ਬਚਾਉਣ ਵਾਲਾ ਹੈ। ਇਹ ਸਾਰੀਆਂ ਗੱਲਾਂ ਕਲਯੁਗ ਨੇ ਸੁਣੀਆਂ ਅਤੇ ਉਹ ਮਾਨਵ ਰੂਪ ਵਿੱਚ ਗੁਰੂ ਜੀ ਦੇ ਸਾਹਮਣੇ ਆ ਗਿਆ। ਗੁਰੂ ਜੀ ਨੇ ਉਸ ਨੂੰ ਪੁੱਛਿਆ, ਭਾਈ, ਤੁਸੀਂ ਕੌਣ ਹੋ? ਕਲਯੁਗ ਨਗਨ ਹੋ ਗਿਆ। ਅਤੇ ਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹੋਏ ਬੋਲਿਆ, ਹੇ ਮਹਾਰਾਜ, ਮੈਂ ਤੁਹਾਡੀ ਮਹਿਮਾ ਨਹੀਂ ਜਾਣਦਾ। ਮੈਂ ਚਾਹੁੰਦਾ ਹਾਂ ਕਿ ਮੈਨੂੰ ਵੀ ਪਰਮੇਸ਼ਵਰ ਦੇ ਦਰਬਾਰ ਵਿੱਚ ਕੁਝ ਅਧਿਕਾਰ ਮਿਲੇ। ਮੈਂ ਆਪ ਜੀ ਦੀ ਕਿਰਪਾ ਚਾਹੁੰਦਾ ਹਾਂ, ਕਿਉਂਕਿ ਮੇਰੇ ਸ਼ਾਸਨ ਕਾਲ ਵਿੱਚ ਨਰ ਤੇ ਨਾਰੀਆਂ ਦੀ ਇਹੀ ਅਵਸਥਾ ਹੋਵੇਗੀ ਜਿਸ ਅਵਸਥਾ ਵਿੱਚ ਆਪ ਜੀ ਮੈਨੂੰ ਦੇਖ ਰਹੇ ਹੋ। ਉਹ ਪਾਠ, ਪੂਜਾ, ਈਸ਼ਵਰ ਦਾ ਸਿਮਰਨ, ਮਾਨਵਤਾ ਨੂੰ ਤਿਆਗ ਕੇ ਖਾਣ ਪੀਣ ਅਤੇ ਭੋਗ ਵਿਲਾਸ ਵਿੱਚ ਹੀ ਲੱਗੇ ਰਹਿਣਗੇ। ਮਾਤਾ ਪਿਤਾ, ਗੁਰੂ ਸ਼ਿਸ਼ਿਆ ਦੀ ਸਾਰੀਆਂ ਮਰਿਆਦਾ ਭੰਗ ਕਰ ਦੇਣਗੇ। ਹੇ ਗੁਰੂਦੇਵ, ਮੈਂ ਜੋ ਛਲ ਆਪ ਜੀ ਨਾਲ ਕੀਤਾ ਹੈ, ਉਹ ਸਭ ਅਣਜਾਣ ਵਿੱਚ ਕੀਤਾ ਹੈ, ਤੇ ਮੈਂ ਉਸ ਲਈ ਆਪ ਜੀ ਤੋਂ ਖਮਾ ਮੰਗਦਾ ਹਾਂ ਤੇ ਆਸ ਕਰਦਾ ਹਾਂ ਕਿ ਆਪ ਜੀ ਮੈਨੂੰ ਖਮਾ ਕਰ ਦੇਵੋਗੇ। ਹੇ ਗੁਰੂਵਰ, ਅੱਗੇ ਤੁਸੀਂ ਕਿੱਥੇ ਜਾਣ ਦਾ ਵਿਚਾਰ ਰੱਖਦੇ ਹੋ? ਗੁਰੂ ਜੀ ਕਹਿਣ ਲੱਗੇ, ਹੇ ਕਲਯੁਗ, ਅਸੀਂ ਈਸ਼ਵਰ ਦੀ ਪ੍ਰਾਪਤੀ ਦੇ ਲਈ ਇੱਧਰ ਉੱਧਰ ਘੁੰਮ ਰਹੇ ਹਾਂ। ਈਸ਼ਵਰ ਦੀ ਪ੍ਰਾਪਤੀ ਲਈ ਘੁੰਮ ਰਹੇ ਹੋ? हे महाराज, ਕੀ ਪਰਮੇਸ਼ਵਰ ਆਪ ਜੀ ਤੋਂ ਅਲੱਗ ਹੈ? ਆਪ ਹੀ ਤਾਂ ਸਾਖਸ਼ਾਤ ਪਰਮੇਸ਼ਵਰ ਹੋ, ਤੇ ਹੋਰ ਕੌਣ ਪਰਮੇਸ਼ਵਰ ਹੋ ਸਕਦਾ ਹੈ? ਗੁਰੂ ਜੀ ਨੇ ਕਿਹਾ, ਹੇ ਕਲਯੁਗ, ਤੇਰਾ ਤਾਂ ਪੂਰੇ ਸ਼ਾਸਨ ਵਿੱਚ ਪ੍ਰਭਾਵ ਹੈ, ਫਿਰ ਇਹ ਛਲ ਕਪਟ ਕਰਕੇ ਇੱਥੇ ਆਉਣ ਦਾ ਕੀ ਕਾਰਨ ਹੈ? हे महाराज, ਮੈਂ ਅਗਿਆਨਵਸ਼ ਹੋ ਕੇ ਆਪ ਜੀ ਦੀ ਪਰੀਖਾ ਲੈਣ ਅਤੇ ਆਪ ਦੇ ਦਰਸ਼ਨ ਕਰਨ ਆਇਆ। ਫਿਰ ਗੁਰੂ ਜੀ ਨੇ ਕਲਯੁਗ ਨੂੰ ਕਿਹਾ, ਅੱਛਾ, ਪਹਿਲਾਂ ਤੁਸੀਂ ਆਪਣੇ ਲੱਛਣ ਦੱਸੋ, ਫਿਰ ਇਹ ਦੱਸੋ ਕਿ ਤੁਹਾਡੀ ਜੋ ਸੈਨਾ ਹੈ ਉਹ ਕਿਹੋ ਜਿਹੀ ਹੈ? हे गुरुवर, ਮੇਰੀ ਸੈਨਾ ਦਾ ਸੈਨਾਪਤੀ ਝੂਠ ਹੈ ਤੇ ਰਾਜਾ ਮੋਹ ਹੈ। ਛੋਟਾ ਸੈਨਾਪਤੀ ਹਿੰਸਾ ਹੈ। ਕਾਮ, ਕ੍ਰੋਧ, ਲੋਭ, ਮਾਇਆ, ਅਹੰਕਾਰ, ਤ੍ਰਿਸ਼ਨਾ, ਆਲਸ, ਇਹ ਮੇਰੀ ਸੈਨਾ ਦੇ ਮਹਾਨ ਯੋਧਾ ਹਨ। ਜੋ ਵਿਅਕਤੀ ਇਹਨਾਂ ਤੇ ਜੀਤ ਪ੍ਰਾਪਤ ਕਰ ਲਵੇਗਾ, ਭਾਵ ਆਪਣੇ ਕਰੀਬ ਨਹੀਂ ਆਉਣ ਦੇਵੇਗਾ, ਉਹ ਵਿਅਕਤੀ ਜੇਤੂ ਹੋ ਜਾਵੇਗਾ। ਪਰ हे महाराज, ਮੇਰੀ ਇਹ ਸੈਨਾ ਕਿਸੇ ਤੋਂ ਨਹੀਂ ਡਰਦੀ। ਸਭ ਨੂੰ ਜਿੱਤਣਾ ਇਸ ਦੇ ਖੱਬੇ ਹੱਥ ਦਾ ਕੰਮ ਹੈ। ਮੇਰੇ ਇਹਨਾਂ ਯੋਧਾ ਨੇ ਵੱਡੇ ਵੱਡੇ ਦਿੱਗਜ ਹਰਾ ਦਿੱਤੇ ਹਨ। ਮੇਰੇ ਸ਼ਾਸਨ ਕਾਲ ਵਿੱਚ ਗੁਰੂ ਤੇ ਸ਼ਾਸਕ ਪਾਖੰਡੀ ਦੁਰਾਚਾਰੀ ਹੋਣਗੇ। ਵੇਦ, ਸ਼ਾਸਤਰ ਤੇ ਸਾਰੇ ਗ੍ਰੰਥਾਂ ਨੂੰ ਤਿਆਗ ਕਰਕੇ, ਉਸ ਦੀ ਨਿੰਦਾ ਕਰਕੇ ਆਪਣੀ ਹੀ ਪੂਜਾ
ਕਰਵਾਉਣ ਵਿੱਚ ਮਗਨ ਰਹਿਣਗੇ। ਜੋ ਕਾਜੀ ਹੋਏਗਾ ਉਹ ਨਿਆਂ ਕਰਨ ਲਈ ਬੈਠੇਗਾ। ਉਹ ਝੂਠੇ ਪ੍ਰਮਾਣ ਨੂੰ ਸਾਹਮਣੇ ਰੱਖ ਕੇ ਰਿਸ਼ਵਤ ਲੈ ਕੇ ਅਨਿਆਏ ਕਰੇਗਾ। ਹੱਥ ਵਿੱਚ ਈਸ਼ਵਰ ਦੀ ਤਸਵੀਰ ਹੋਵੇਗੀ ਅਤੇ ਮਨ ਵਿੱਚ ਅਪਰਾਧ ਦਾ ਨਿਵਾਸ ਹੋਵੇਗਾ। ਵੱਡੇ ਵੱਡੇ ਸਾਧੂ ਆਪਣੇ ਧਰਮ ਦਾ ਤਿਆਗ ਕਰਕੇ ਆਪਣੇ ਚਰਿੱਤਰ ਤੋਂ ਥੱਲੇ ਡਿੱਗਣ ਵਿੱਚ ਹੀ ਆਪਣੀ ਸ਼ਾਨ ਸਮਝेंगे। ਸਾਧੂ ਸ਼ਾਸਨ ਦੇ ਮੋਹ ਵਿੱਚ ਮਾਰੇ ਮਾਰੇ ਫਿਰਨਗੇ। ਦਿਖਾਵਾ ਤਾਂ ਬਹੁਤ ਹੋਵੇਗਾ ਪਰ ਮਰਿਆਦਾ ਤੇ ਧਰਮ ਨੀਤੀ ਦੀ ਮਿੱਟੀ ਪਲੀਤ ਹੋਵੇਗੀ। ਜੋ ਤਿਆਗੀ ਹੋਵੇਗਾ, ਸਾਧੂ ਹੋਵੇਗਾ, ਉਹਨਾਂ ਦੇ ਖਾਤੇ ਵਿੱਚ ਪੈਸੇ ਹੋਣਗੇ। ਬਾਲ ਬੱਚੇ ਉਹਨਾਂ ਦੇ ਅੱਗੇ ਪਿੱਛੇ ਚੱਲਦੇ ਨਜ਼ਰ ਆਣਗੇ। ਬ੍ਰਹਮਚਾਰੀ ਦੇ ਘਰ ਵਿੱਚ 2-3 ਇਸਤਰੀਆਂ ਹੋਣਗੀ। हे ਮਹਾਰਾਜ, ਮੈਂ ਤਾਂ ਆਪ ਜੀ ਦੇ ਸਾਹਮਣੇ ਜ਼ਿਆਦਾ ਕਹਿੰਦੇ ਹੋਏ ਵੀ ਸ਼ਰਮ ਮਹਿਸੂਸ ਕਰ ਰਿਹਾ ਹਾਂ। ਗੁਰੂ ਜੀ ਨੇ ਕਲਯੁਗ ਦੀਆਂ ਗੱਲਾਂ ਸੁਣ ਕੇ ਕਿਹਾ, हे ਕਲਯੁਗ, ਪਰਮਾਤਮਾ ਦੇ ਸਾਹਮਣੇ ਤੁਹਾਨੂੰ ਜਵਾਬ ਦੇਣਾ ਪਵੇਗਾ ਕਿਉਂਕਿ ਇਸ ਦੀ ਜ਼ਿੰਮੇਵਾਰੀ ਤੁਹਾਡੀ ਹੈ। ਤੁਸੀਂ ਸੰਸਾਰ ਦੇ ਰੱਖਿਅਕ ਹੋ ਅਤੇ ਅਸੀਂ ਉਸ ਪਰਮਾਤਮਾ ਦੇ ਭਗਤ। ਤੁਹਾਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਪਵੇਗਾ ਅਤੇ ਤੁਹਾਡਾ ਹਿਸਾਬ ਲੈਣ ਲਈ ਭਗਵਾਨ ਸਾਨੂੰ ਹੀ ਚੁਣਨਗੇ। ਦੱਸੋ ਉਸ ਸਮੇਂ ਤੁਹਾਡੀ ਇਹ ਆਕੜ ਕਿੱਥੇ ਜਾਵੇਗੀ? ਫਿਰ ਕਲਯੁਗ ਨੇ ਕਿਹਾ, मैंने आप जी दी शरण इसलिए ही स्वीकार की है कि आप जी उस परमात्मा दे बंदे हो। जदों मेरा हिसाब लिया जाएगा उस वक्त आप जी नू मेरे ते अपनी कृपा करनी ही पवेगी। ਗੁਰੂ ਜੀ ਕਹਿਣ ਲੱਗੇ, ਜਦੋਂ ਉਹ ਸਮਾਂ ਆਵੇਗਾ ਤਾਂ ਅਸੀਂ ਕੁਝ ਨਾ ਕੁਝ ਕਿਰਪਾ ਤੁਹਾਡੇ ਤੇ ਜ਼ਰੂਰ ਕਰਾਂਗੇ। ਬਸ ਇੰਨੀ ਕੋ ਹੀ ਬੇਨਤੀ ਹੈ। ਮੈਨੂੰ ਇਸ ਵਿੱਚ ਤਾਂ ਕੋਈ ਸੰਦੇਹ ਨਹੀਂ ਪਰ ਮੈਂ ਕਿਵੇਂ ਵਿਸ਼ਵਾਸ ਕਰਾਂ ਕਿ ਆਪ ਕਿਰਪਾ ਕਰੋਗੇ। ਜੇ ਤਾਂ ਤੁਸੀਂ ਮੇਰੇ ਤੋਂ ਕੋਈ ਭੇਟਾ ਸਵੀਕਾਰ ਕਰ ਲੇਵੋ ਤਾਂ ਮੈਨੂੰ ਵਿਸ਼ਵਾਸ ਹੋ ਜਾਵੇਗਾ। ਗੁਰੂ ਜੀ ਕਹਿਣ ਲੱਗੇ, ਅਸੀਂ ਸੁੱਖਾਂ ਦਾ ਤਿਆਗ ਕਰਕੇ ਦੁੱਖਾਂ ਨੂੰ ਅਪਣਾਇਆ ਹੈ, ਇਸ ਲਈ ਅਸੀਂ ਭੇਟ ਸਵੀਕਾਰ ਨਹੀਂ ਕਰ ਸਕਦੇ। पर हे गुरुवर, मेरी तसल्ली किवें होवेगी? ਫਿਰ ਗੁਰੂ ਜੀ ਨੇ ਉਸ ਨੂੰ ਪੁੱਛਿਆ, ਤੁਹਾਡੇ ਕੋਲ ਕੀ ਵਸਤੂਆਂ ਹਨ ਜੋ ਤੁਸੀਂ ਮੈਨੂੰ ਦੇਣ ਲਈ ਤਿਆਰ ਹੋ? हे गुरुवर, मेरे कोल हीरे मोती मानक सोना चांदी ते अनेका उपहार ਹਨ। ਇਹ ਸਭ ਵਸਤਾਂ ਮੈਂ ਆਪ ਜੀ ਦੇ ਚਰਨਾਂ ਵਿੱਚ ਰੱਖਣ ਲਈ ਤਿਆਰ ਹਾਂ। ਆਪ ਆਗਿਆ ਕਰੋ, ਆਪ ਜੀ ਨੂੰ ਕੀ ਚਾਹੀਦਾ ਹੈ? ਗੁਰੂ ਜੀ ਨੇ ਅਜਿਹੀ ਕੋਈ ਵੀ ਵਸਤੂ ਲੈਣ ਤੋਂ ਮਨਾ ਕਰ ਦਿੱਤਾ। ਗੁਰੂ ਜੀ, ਮੈਂ ਆਪ ਜੀ ਦਾ ਸ਼ਿष्य ਬਣਨ ਲਈ ਆਇਆ ਹਾਂ। ਆਪ ਕਹੋ ਤਾਂ ਮੈਂ ਸੋਨੇ ਦਾ ਮੰਦਰ ਬਣਵਾ ਦੇਵਾਂ, ਹੀਰੇ ਮੋਤੀ ਜੜਵਾ ਦੇਵਾਂ। ਆਪ ਜੀ ਦੇ ਆਰਾਮ ਕਰਨ ਲਈ ਆਭੂਸ਼ਣ ਨਾਲ ਇੱਕ ਪਲੰਗ ਬਣਵਾ ਦੇਵਾਂ। ਗੁਰੂ ਜੀ ਕਹਿਣ ਲੱਗੇ, ਮੈਂ ਬਾਹਰੀ ਸੁੰਦਰਤਾ ਨਹੀਂ ਚਾਹੁੰਦਾ, ਸਿਰਫ ਤੇ ਸਿਰਫ ਪਰਮੇਸ਼ਵਰ ਦੀ ਭਗਤੀ ਚਾਹੀਦੀ ਹੈ। ਜੋ ਚੀਜ਼ਾਂ ਤੁਸੀਂ ਮੈਨੂੰ ਦੇਣੀਆਂ ਚਾਹੁੰਦੇ ਹੋ ਉਹ ਅੱਜ ਕਿਸੇ ਕੋਲ ਹਨ ਤੇ ਕੱਲ ਕਿਸੇ ਕੋਲ। ਜੋ ਵਸਤੂ ਸਥਿਰ ਨਹੀਂ ਉਹ ਦੁੱਖ ਦਾ ਕਾਰਨ ਬਣ ਸਕਦੀ ਹੈ। ਜੇਕਰ ਤੁਹਾਡੀ ਅਤੀ ਅੰਤ ਸ਼ਰਧਾ ਹੈ ਤਾਂ ਮੈਂ ਆਪ ਤੋਂ ਇਹ ਸਭ ਆਪਣੇ 10ਵੇਂ ਅਵਤਾਰ ਵਿੱਚ ਸਵੀਕਾਰ ਕਰ ਲਵਾਂਗਾ। ਫਿਰ ਗੁਰੂ ਜੀ ਨੇ ਕਿਹਾ, ਤੁਸੀਂ ਆਪਣੀ ਧਨ ਦੌਲਤ ਤਾਂ ਦੱਸ ਦਿੱਤੀ, ਇਸ ਤੋਂ ਇਲਾਵਾ ਤੁਹਾਡੇ ਕੋਲ ਹੋਰ ਕੀ ਹੈ ਉਹ ਵੀ ਦੱਸੋ। ਗੁਰੂ ਜੀ, ਮੇਰੇ ਰਾਜ ਵਿੱਚ ਨੀਂਦ, ਆਲਸ, ਤ੍ਰਿਸ਼ਨਾ, ਮਸਤੀ, ਪਾਪ, ਦੁਰਾਚਾਰੀ, ਚੋਰੀ ਚਾਰੀ ਆਦਿ ਤੋਂ ਕੋਈ ਵੀ ਨਹੀਂ ਬਚ ਸਕੇਗਾ। ਗੁਣੀ ਮਨੁੱਖਾਂ ਦਾ ਅਪਮਾਨ ਹੋਵੇਗਾ। ਸੱਚ ਬੋਲਣ ਵਾਲਾ ਨੂੰ ਲੋਕੀ ਮੂਰਖ ਸਮਝेंगे ਤੇ ਜੋ ਬਹੁਤਾ ਬੋਲੇਗਾ, ਜੋ ਮੂਰਖ ਹੋਵੇਗਾ ਤਾਂ ਵੀ ਲੋਕ ਉਹਨਾਂ ਨੂੰ ਗੁਣੀ ਸਮਝਣਗੇ। ਉਹ ਰਾਜਾ ਬਰਾਬਰ ਸਥਾਨ ਪ੍ਰਾਪਤ ਕਰਨਗੇ। ਉਹ ਲੋਕੀ ਪ੍ਰਜਾ ਨੂੰ ਲੁੱਟਣ ਦਾ ਕੰਮ ਕਰਨਗੇ। ਕਈ ਪ੍ਰਕਾਰ ਦੇ ਲਗਾਨ ਜਾਵੇਂਗੇ। ਲੋਕਾਂ ਦਾ ਸ਼ੋਸ਼ਣ ਕੀਤਾ ਜਾਵੇਗਾ। ਪਤੀ ਆਪਣੀ ਸੁੰਦਰ ਨਾਰੀ ਨੂੰ ਛੱਡ ਕੇ ਕਰੂਪ ਨੂੰ ਪ੍ਰੇਮ ਕਰੇਗਾ। ਪਤਨੀ ਆਪਣੇ ਪਤੀ ਨੂੰ ਤਿਆਗ ਕੇ ਪ੍ਰੇਮ ਸੰਬੰਧ ਜੋੜੇਗੀ। ਪੁੱਤਰ ਕਹਿਣਗੇ ਸਾਡਾ ਪਿਤਾ ਮੂਰਖ ਹੈ। ਭਾਈ ਭੈਣ ਦੇ ਝਗੜੇ ਕਚਹਿਰੀ ਵਿੱਚ ਚੱਲਣਗੇ। ਧਨ ਤੇ ਇਸਤਰੀ ਲਈ ਲੋਕ ਖੂਨ ਦੀ ਨਦੀਆਂ ਬਹਾ ਦੇਣਗੇ। ਪਖੰਡੀ ਭਗਵੇ ਕੱਪੜੇ ਪਹਿਨ ਲੱਖਾਂ ਰੁਪਏ ਇਕੱਠਾ ਕਰਨਗੇ। ਗ੍ਰਸਤ ਤੇ ਸਾਦਾ ਵਿਅਕਤੀ ਰੋਟੀ ਕੱਪੜੇ ਲਈ ਤਰਸੇਗਾ। ਭੁੱਖ ਦੇ ਕਾਰਨ ਇਸਤਰੀਆਂ ਆਪਣਾ ਤਨ ਵੇਚੇਗੀ। हे ਗੁਰੂਵਰ, ਮੇਰੇ ਸ਼ਾਸਨ ਕਾਲ ਵਿੱਚ ਸਭ ਕੁਝ ਹੋਵੇਗਾ ਪਰ ਮੈਂ ਚਾਹੁੰਦਾ ਹਾਂ ਕਿ ਮੈਂ ਆਪ ਜੀ ਦੀ ਸੇਵਾ ਕਰਾਂ, ਮੈਂ ਆਪ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਾਂ। ਗੁਰੂ ਜੀ ਨੇ ਮੁਸਕਰਾ ਕੇ ਕਿਹਾ, ਇਹ ਕਲਯੁਗ ਸੇਵਾ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਪਰ ਅਸੀਂ ਤੁਹਾਨੂੰ ਆਸ਼ੀਰਵਾਦ ਦਿੰਦੇ ਹਾਂ। ਕਈ ਯੁਗਾਂ ਵਿੱਚ ਤੁਹਾਡਾ ਪ੍ਰਭਾਵ ਹੋਵੇਗਾ ਪਰ ਜੋ ਈਸ਼ਵਰ ਦਾ ਸਿਮਰਨ ਕਰੇਗਾ ਉਸ ਦੀ ਮਹਿਮਾ ਬਹੁਤ ਹੋਵੇਗੀ। ਜੋ ਪ੍ਰਾਣੀ ਸਤਯੁਗ ਵਿੱਚ 1 ਲੱਖ ਸਾਲ ਤਪੱਸਿਆ ਕਰਕੇ, ਤ੍ਰੇਤਾ ਯੁਗ ਵਿੱਚ 10 ਸਹਸਤਰ, ਦਵਾਪਰ ਵਿੱਚ 1000 ਸਾਲ ਤਪੱਸਿਆ ਕਰਕੇ ਫਲ ਪ੍ਰਾਪਤ ਕਰਦਾ ਹੈ, ਉਹ ਤੁਹਾਡੇ ਯੁਗ ਵਿੱਚ ਥੋੜੇ ਸਮੇਂ ਵਿੱਚ ਹੀ ਪ੍ਰਭੂ ਭਗਤੀ ਨਾਲ ਮੁਕਤੀ ਪ੍ਰਾਪਤ ਕਰ ਲਵੇਗਾ।
हे महाराज, मैं अज ता प्रतिज्ञा लेंदा हां कि जो कोई परमेश्वर दा सिमरन करेगा, आप जी दा भगत होएगा, उना तो मैं हमेशा दूर रहांगा। ਇਹ ਕਹਿ ਕੇ ਉਹ ਹੱਥ ਜੋੜ ਕੇ ਉੱਥੋਂ ਚਲਾ ਗਿਆ ਤੇ ਗੁਰੂ ਜੀ ਆਪਣੀ ਅਗਲੀ ਯਾਤਰਾ ਲਈ ਚੱਲ ਪਏ। ਸਤਨਾਮ ਸ਼੍ਰੀ ਵਾਹਿਗੁਰੂ।